हाँ जी बेटा, थोड़ा अगला क्वेश्चन बेटा हैगा वा ई कमर्स ਦੀਆਂ ਵੱਖ-ਵੱਖ ਕਿਸਮਾਂ ਬਾਰੇ ਦੱਸੋ। ਅੱਜ ਮਾਡल्स ਵੀ ਕਰ ਸਕਦੇ ਹਾਂ ਜਾਂ ਕਿਸਮਾਂ ਆ ਜਾਣ, ਇੱਕੋ ਹੀ ਗੱਲ ਆ। ਤੋ ਬੇਟਾ ਕੀ ਕਰਨਾ, ਪਹਿਲਾ ਮਾਡਲ ਕੀ ਹੈ, B2C ਮੀਨਸ ਵਪਾਰ ਤੋਂ ਗ੍ਰਾਹਕ। ਮੀਨਸ ਇਹ ਓਵਲੀ ਕਮਰਸ ਦੀ ਈ ਕਮਰਸ ਦੀ ਓਵਲੀ ਪ੍ਰਣਾਲੀ ਹੁੰਦੀ ਹੈ ਜਿਸ ਦੇ ਰਾਹੀਂ ਜਿਸ ਵਿੱਚ ਇੰਟਰਨੈਟ ਦੇ ਮਾਧਿਅਮ ਨਾਲ ਕੋਈ ਵੀ ਵਪਾਰੀ ਗਾਹਕਾਂ ਨੂੰ ਆਪਣਾ ਸਮਾਨ ਵੇਚਦਾ ਵਾ। ਕਿ ਆਪਾਂ ਬਸ ਯਾਦ ਕਰਨਾ, ਬਸ ਨਾਮ ਯਾਦ ਰੱਖੋ, ਨਾਮ ਤੋਂ ਆਪਣੇ ਆਪ ਤੁਹਾਡੇ ਸੈਂਟੈਂਸ ਬਣੀ ਜਾਣੇ ਆ। ਪਹਿਲਾ ਨਾਮ ਕੀ ਹੈ, ਵਪਾਰ ਤੋਂ ਗ੍ਰਾਹਕ। ਵਪਾਰ ਤੋਂ ਗ੍ਰਾਹਕ ਦਾ ਮਤਲਬ ਕੀ ਬਣਿਆ ਕਿ ਓਵਲੀ ਈ ਕਮਰਸ ਦੀ ਓਵਲੀ ਪ੍ਰਣਾਲੀ ਹੈ ਜਿਸ ਵਿੱਚ ਇੰਟਰਨੈਟ ਦਾ ਪ੍ਰਯੋਗ ਕਰਦਿਆਂ ਹੋਇਆਂ ਕੋਈ ਵੀ ਵਪਾਰੀ ਜਿਹੜਾ ਵਾ ਉਹ ਆਪਣਾ ਸਮਾਨ ਕਿਹਨੂੰ ਵੇਚਦਾ ਵਾ, ਗ੍ਰਾਹਕ ਨੂੰ। ਜਿੱਦਾਂ ਐਮਾਜ਼ੋਨ ਹੋ ਗਿਆ, ਫਲਿੱਪਕਾਰਟ ਹੋ ਗਿਆ, ਇਹ ਸਾਰੇ ਕਿਹਦੇ ਵਿੱਚ ਆਉਂਦੇ ਨੇ, B2C ਵਿੱਚ। ਦੂਜਾ ਗਿਆ B2B ਮੀਨਸ ਬਿਜ਼ਨਸ ਟੂ ਬਿਜ਼ਨਸ, ਆਪਾਂ ਇਹਨੂੰ ਇੰਗਲਿਸ਼ 'ਚ ਕਹਿੰਦੇ ਹਾਂ, ਵਪਾਰ ਤੋਂ ਵਪਾਰ। ਵਪਾਰ ਤੋਂ ਮਤਲਬ ਕੀ ਬਣਿਆ ਕਿ ਇਹ ਈ ਕਮਰਸ ਦੀ ਇੱਕ ਓਵਲੀ ਪ੍ਰਣਾਲੀ ਹੈ ਜਿਸ ਵਿੱਚ ਇੱਕ ਵਪਾਰੀ ਦੂਜੇ ਵਪਾਰੀ ਨਾਲ ਇੰਟਰਨੈਟ ਦੀ ਸਹਾਇਤਾ ਨਾਲ ਜਾਂ ਤਾਂ ਕੋਈ ਜਾਣਕਾਰੀ ਸਾਂਝੀ ਕਰਦਾ ਵਾ ਜਾਂ ਇੱਕ ਵਪਾਰੀ ਦੂਜੇ ਵਪਾਰੀ ਕੋਲੋਂ ਕੋਈ ਮਾਲ ਮੰਗਵਾਉਂਦਾ ਵਾ। ਉਸ ਨੂੰ ਆਪਾਂ ਕਿਹੜਾ ਕਹਿੰਦੇ ਹਾਂ, B2B ਮੀਨਸ ਬਿਜ਼ਨਸ ਟੂ ਬਿਜ਼ਨਸ ਮੀਨਸ ਵਪਾਰ ਤੋਂ ਵਪਾਰ। ਤੀਜਾ ਬੇਟਾ ਇਹਦੇ 'ਚ ਆ ਜਾਂਦਾ ਵਾ C2C। C2C ਮੀਨਸ ਕਸਟਮਰ ਟੂ ਕਸਟਮਰ। ਮੀਨਸ ਇਹ ਈ ਕਮਰਸ ਦੀ ਇੱਕ ਓਵਲੀ ਪ੍ਰਣਾਲੀ ਹੈ ਜਿਸ ਵਿੱਚ ਇੱਕ ਗ੍ਰਾਹਕ ਦੂਜੇ ਗ੍ਰਾਹਕ ਦੇ ਕੋਲੋਂ ਆਪਾਂ ਚੀਜ਼ਾਂ ਕੀ ਹੈ, ਖਰੀਦਦੇ ਹਾਂ। ਜਦੋਂ ਤੁਸੀਂ ਸੁਣਿਆ ਹੋਣਾ OLX ਦਾ ਨਾਮ, ਹੁਣ OLX ਕੀ ਇੱਕ ਐਸੀ ਵੈਬਸਾਈਟ ਆ ਮੀਨਸ ਜਿਹਦੇ ਉੱਤੇ ਆਪਾਂ ਪੁਰਾਣੀਆਂ ਚੀਜ਼ਾਂ ਆਪਣੀਆਂ ਕੀ ਹੈ, ਵੇਚ ਜਾਂ ਖਰੀਦ ਸਕਦੇ ਹਾਂ। ਹੁਣ ਉਹ 'ਚ ਕੋਈ ਵੀ ਵਿਕਰੇਤਾ ਜਿਹੜਾ ਵਾ ਉਹ ਤਾਂ ਨਹੀਂ ਆਪਣੀ ਚੀਜ਼ਾਂ ਵੇਚਦਾ, ਠੀਕ ਹੈ। ਚੀਜ਼ਾਂ ਕੌਣ ਵੇਚਦਾ ਵਾ, ਗਾਹਕ। ਜਿੱਦਾਂ ਮੇਰੇ ਕੋਲ ਕੋਈ ਪੁਰਾਣਾ ਸਾਈਕਲ ਪਿਆ ਵਾ, ਮੈਂ ਆਪਣਾ ਪੁਰਾਣਾ ਸਾਈਕਲ ਜਿਹੜਾ ਵਾ OLX 'ਤੇ ਪਾ ਦਿੰਦਾ ਵਾ ਵੇਚਣ ਲਈ। ਮੈਂ ਵੀ ਕੀ ਹੈ, ਗ੍ਰਾਹਕ ਹਾਂ, ਔਰ ਜਿਹੜਾ ਬੰਦਾ ਮੇਰੇ ਕੋਲ ਖਰੀਦੂਗਾ ਸਾਈਕਲ ਉਹ ਵੀ ਕੀ ਹੈ, ਗ੍ਰਾਹਕ ਹੀ ਹੈ। ਸੋ ਇਹ ਈ ਕਮਰਸ ਦੀ ਇੱਕ ਓਵਲੀ ਪ੍ਰਣਾਲੀ ਹੁੰਦੀ ਹੈ ਜਿਸ ਰਾਹੀਂ ਕੋਈ ਵੀ ਇੱਕ ਗਾਹਕ ਦੂਜੇ ਗਾਹਕ ਨੂੰ ਆਪਣਾ ਸਮਾਨ ਕੀ ਹੈ, ਵੇਚਦਾ ਵਾ। ਔਰ ਇਹਦੀ ਮੁੱਖ ਉਦਾਹਰਨ ਕੀ ਹੁੰਦੀ ਹੈ, OLX। ਅਗਲਾ ਕਹਿੰਦਾ P2P ਮੀਨਸ ਪੀਅਰ ਟੂ ਪੀਅਰ। ਇਹ ਕੀ ਹੁੰਦਾ, ਇਹ ਈ ਕਮਰਸ ਦੀ ਅਜਿਹੀ ਕਿਸਮ ਹੁੰਦੀ ਹੈ ਜਿਸ ਵਿੱਚ ਕੋਈ ਵੀ ਕੇਂਦਰੀ ਸਰਵਰ ਦੀ ਵਰਤੋਂ ਕੀਤੀ ਨਹੀਂ ਜਾਂਦੀ। ਮੀਨਸ ਇਹ 'ਚ ਕੋਈ ਵੀ ਆਪਾਂ ਨੈੱਟ ਦੀ ਜਾਂ ਕਿਸੇ ਪ੍ਰਕਾਰ ਦੀ ਸਰਵਰ ਦੀ ਵਰਤੋਂ ਨਹੀਂ ਕਰਦੇ। ਸਰਵਰ ਦੀ ਵਰਤੋਂ ਕੀਤੇ ਬਿਨਾਂ ਹੀ ਅਸੀਂ ਜਾਣਕਾਰੀ ਜਿਹੜੀ ਆ ਉਹ ਇੱਕ ਦੂਜੇ ਨਾਲ ਕੀ ਕਰਦੇ ਹਾਂ, ਸਾਂਝੀ ਕਰਦੇ ਹਾਂ। ਜਦੋਂ ਤੁਸੀਂ ਬੇਟਾ ਆਮ ਤੌਰ 'ਤੇ ਸੁਣਿਆ ਹੋਣਾ ਜਿੱਦਾਂ ਐਪਲ, ਹੁਣ ਐਪਲ ਦੇ ਜਿਹੜੇ ਫ਼ੋਨ ਹੁੰਦੇ ਨੇ ਉਹਨਾਂ ਨੂੰ ਤੁਸੀਂ ਅਗਰ ਇੱਕ ਐਪਲ ਦੇ ਫ਼ੋਨ ਨੇ ਦੂਜੇ ਐਪਲ ਦੇ ਫ਼ੋਨ ਨੂੰ ਕੋਈ ਸੋਫਟਵੇਅਰ ਭੇਜਣਾ ਵਾ ਜਾਂ ਕੋਈ ਟਰਾਂਸਫਰ ਕਰਨੀ ਹੈ ਫਾਈਲ, ਤੁਸੀਂ ਤੁਹਾਨੂੰ ਉਹਦੇ ਵਿੱਚ ਕੀ ਆ, ਨੈੱਟ ਦੀ ਵੀ ਈਵਨ ਲਗਾਉਣ ਦੀ ਲੋੜ ਨਹੀਂ ਪੈਂਦੀ। ਐਪਲ ਟੂ ਐਪਲ ਫਾਈਲ ਜਿਹੜੀ ਆ ਉਹ ਸਿੱਧੀ ਟਰਾਂਸਫਰ ਹੋ ਜਾਂਦੀ ਹੈ। ਇਹਦਾ ਮਤਲਬ ਕੀ ਬਣਿਆ ਕਿ ਪੀਅਰ ਟੂ ਪੀਅਰ ਇੱਕ ਓਵਲੀ ਪ੍ਰਣਾਲੀ ਹੁੰਦੀ ਹੈ ਜਿਸ ਰਾਹੀਂ ਵਿੱਚ ਅਸੀਂ ਇੰਟਰਨੈਟ ਵੀ ਸਰਵਰ ਦਾ ਵੀ ਸਾਨੂੰ ਪ੍ਰਯੋਗ ਕਰਨ ਦੀ ਲੋੜ ਨਹੀਂ ਪੈਂਦੀ। ਸਰਵਰ ਦਾ ਪ੍ਰਯੋਗ ਕੀਤੇ ਬਿਨਾਂ ਵੀ ਅਸੀਂ ਇੱਕ ਕੰਪਿਊਟਰ ਤੋਂ ਜਾਂ ਇੱਕ ਮੋਬਾਈਲ ਤੋਂ ਡਾਟਾ ਜਿਹੜਾ ਵਾ ਉਹ ਦੂਜੇ ਮੋਬਾਈਲ ਵਿੱਚ ਟਰਾਂਸਫਰ ਕਰ ਸਕਦੇ ਹਾਂ। ਇਹਦੀ ਆਪਾਂ ਐਗਜ਼ਾਮਪਲ ਲਿਖ ਸਕਦੇ ਹਾਂ, ਐਪਲ ਵਗੈਰਾ। ਅਗਲਾ ਪੁਆਇੰਟ ਕੀ ਆਉਂਦਾ ਵਾ, G2G। ਜੀ ਦਾ ਮਤਲਬ ਹੁੰਦਾ ਗਵਰਨਮੈਂਟ ਟੂ ਗਵਰਨਮੈਂਟ, ਕਿ ਇਹ ਇੱਕ ਓਵਲੀ ਪ੍ਰਣਾਲੀ ਹੁੰਦੀ ਹੈ ਜਿਸ ਰਾਹੀਂ ਸਰਕਾਰ ਜਿਹੜੀ ਆ ਇੱਕ ਸਰਕਾਰੀ ਵਿਭਾਗ ਕਿਸੇ ਦੂਜੇ ਵਪਾਰੀ ਵਿਭਾਗ ਨਾਲ ਕਰਦਾ, ਕੰਟੈਕਟ ਕਰਦਾ ਵਾ। ਮੀਨਸ ਕੋਈ ਵੀ ਇੱਕ ਅਜਿਹੀ ਈ ਕਮਰਸ ਦੀ ਪ੍ਰਣਾਲੀ ਜਿਸ ਰਾਹੀਂ ਇੱਕ ਸਰਕਾਰੀ ਵਿਭਾਗ ਇੰਟਰਨੈਟ ਦਾ ਪ੍ਰਯੋਗ ਕਰਦਿਆਂ ਹੋਇਆਂ ਦੂਜੇ ਸਰਕਾਰੀ ਵਿਭਾਗ ਨਾਲ ਕੋਈ ਜਾਣਕਾਰੀ ਕੀ ਕਰੇ, ਸਾਂਝੀ ਕਰੇ। ਜਿੱਦਾਂ ਆਪਾਂ ਐਗਜ਼ਾਮਪਲ ਲਈਏ, ਹੁਣ ਤੁਹਾਡੇ ਪ੍ਰੈਕਟੀਕਲ ਹੋਏ ਸੀਗੇ, ਹੁਣ ਪ੍ਰੈਕਟੀਕਲ ਤੁਹਾਡੇ ਨੰਬਰ ਭੇਜਣੇ ਸੀਗੇ ਬੋਰਡ ਨੂੰ। ਹੁਣ ਪ੍ਰੈਕਟੀਕਲ ਨੰਬਰ ਜਿਹੜੇ ਬੋਰਡ ਨੂੰ ਭੇਜੇ ਆਪਾਂ ਕਿੱਦਾਂ ਭੇਜਣੇ, ਔਨਲਾਈਨ ਭੇਜਣੇ ਆ, ਠੀਕ ਹੈ ਨਾ। ਔਨਲਾਈਨ ਕਿੱਦਾਂ ਭੇਜਾਂਗੇ, ਹੁਣ ਸਕੂਲ ਜਿਹੜਾ ਵਾ ਉਹ ਕੀ ਆ, ਇੱਕ ਸਰਕਾਰੀ ਵਿਭਾਗ ਆ, ਔਰ ਪੰਜਾਬ ਸਕੂਲ ਸਿੱਖਿਆ ਬੋਰਡ ਉਹ ਵੀ ਕੀ ਹੈ, ਇੱਕ ਸਰਕਾਰੀ ਵਿਭਾਗ ਆ। ਸੋ ਜਦੋਂ ਕੋਈ ਵੀ ਇੱਕ ਸਰਕਾਰੀ ਵਿਭਾਗ ਇੰਟਰਨੈਟ ਦਾ ਪ੍ਰਯੋਗ ਕਰਦਿਆਂ ਹੋਇਆਂ ਦੂਜੇ ਕਿਸੇ ਸਰਕਾਰੀ ਵਿਭਾਗ ਨਾਲ ਕੋਈ ਤਾਲਮੇਲ ਕਰਦਾ, ਕੋਈ ਜਾਣਕਾਰੀ ਸਾਂਝੀ ਕਰਦਾ ਵਾ, ਉਸ ਪ੍ਰਣਾਲੀ ਨੂੰ ਆਪਾਂ ਕਹਿੰਦੇ ਹਾਂ G2G ਮੀਨਸ ਗਵਰਨਮੈਂਟ ਟੂ ਗਵਰਨਮੈਂਟ। ਅਗਲਾ ਬੜਾ ਕਹਿੰਦਾ G2C ਮੀਨਸ ਗਵਰਨਮੈਂਟ ਟੂ ਕੰਜ਼ਿਊਮਰ। ਗਵਰਨਮੈਂਟ ਟੂ ਕੰਜ਼ਿਊਮਰ ਮਤਲਬ ਕੀ ਹੈ ਕਿ ਇਹ ਈ ਕਮਰਸ ਦੀ ਇੱਕ ਅਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਰਾਹੀਂ ਕੋਈ ਵੀ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੀ ਘਰ ਬੈਠਿਆਂ। ਜਿੱਦਾਂ ਆਪਾਂ ਘਰ ਬੈਠੇ ਬੈਠੇ ਕੋਈ SC ਸਰਟੀਫਿਕੇਟ ਅਪਲਾਈ ਕਰ ਸਕਦੇ ਹਾਂ, ਘਰ ਬੈਠੇ ਬੈਠੇ ਆਪਾਂ ਕੋਈ ਬੈਂਕ ਦਾ ਕੰਮ ਕਰ ਸਕਦੇ ਹਾਂ, ਠੀਕ ਹੈ, ਜਾਂ ਘਰ ਬੈਠੇ ਬੈਠੇ ਆਪਾਂ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦੇ ਹਾਂ। ਸੋ ਜਦੋਂ ਕੋਈ ਵੀ ਸਰਕਾਰ, ਠੀਕ ਹੈ, ਇੰਟਰਨੈਟ ਦਾ ਪ੍ਰਯੋਗ ਕਰਦਿਆਂ ਹੋਇਆਂ ਗਾਹਕਾਂ ਨੂੰ ਮੀਨਸ ਲੋਕਾਂ ਨੂੰ ਕੋਈ ਸਹੂਲਤ ਪ੍ਰਦਾਨ ਕਰਨ ਲਈ ਜਿਹੜੀ ਪ੍ਰਣਾਲੀ ਦਾ ਇਸਤੇਮਾਲ ਕਰਦੀ ਹੈ ਉਸ ਪ੍ਰਣਾਲੀ ਨੂੰ ਆਪਾਂ ਕੀ ਕਹਿ ਦਿੰਦੇ ਹਾਂ, G2C। ਔਰ ਆਖਿਰ ਤੁਹਾਡੀ ਆ ਜਾਂਦੀ ਹੈ G2E। ਜੀ ਮੀਨਸ ਗਵਰਨਮੈਂਟ, E ਮੀਨਸ ਇੰਪਲਾਈਜ਼, ਸੋ ਸਰਕਾਰ ਤੋਂ ਕਰਮਚਾਰੀ। ਸੋ ਇਹ ਈ ਕਮਰਸ ਦੀ ਇੱਕ ਓਵਲੀ ਪ੍ਰਣਾਲੀ ਹੁੰਦੀ ਹੈ ਈ ਕਮਰਸ ਦੀ ਜਿਸ ਵਿੱਚ ਇੰਟਰਨੈਟ ਦਾ ਪ੍ਰਯੋਗ ਕਰਦਿਆਂ ਹੋਇਆਂ ਸਰਕਾਰ ਜਿਹੜੀ ਆ ਉਹ ਆਪਣੇ ਜਿਹੜੇ ਕਰਮਚਾਰੀ ਹੁੰਦੇ ਨੇ ਉਹਨਾਂ ਨਾਲ ਤਾਲਮੇਲ ਕਰਦੀ ਹੈ। ਕਰਮਚਾਰੀ ਨੂੰ ਕੋਈ ਜਾਣਕਾਰੀ ਦੇਣੀ ਹੈ ਜਾਂ ਕਰਮਚਾਰੀਆਂ ਕੋਲ ਕੋਈ ਜਾਣਕਾਰੀ ਲੈਣੀ ਹੈ, ਸੋ ਉਸ ਜਾਣਕਾਰੀ ਦਾ ਲੈਣ ਦੇਣ ਕਰਨ ਦੇ ਲਈ ਸਰਕਾਰ ਜਿਸ ਪ੍ਰਣਾਲੀ ਦਾ ਇਸਤੇਮਾਲ ਕਰਦੀ ਹੈ ਉਹਨੂੰ ਕਿਹੜੀ ਕਹਿੰਦੇ ਆ, G2E। ਠੀਕ ਬੇਟਾ। ਸੋ ਇਹ ਈ ਕਮਰਸ ਦੀਆਂ ਕਿਸਮਾਂ ਬੇਟਾ ਤੁਸੀਂ ਬਸ ਯਾਦ ਰੱਖਣੀਆਂ, ਤੁਹਾਨੂੰ ਦੱਸਿਆ, ਬਸ ਨਾਮ ਯਾਦ ਰੱਖੋ, ਠੀਕ ਹੈ। ਜਿੱਦਾਂ B2B, B2C, G2G, G2C, ਇਹਦੇ ਬਸ ਨਾਮ ਯਾਦ ਰੱਖੋ। ਜਿਹੜਾ ਅੰਦਰ ਤੁਸੀਂ ਐਕਸਪਲੇਨ ਕਰਨਾ ਵਾ ਉਹ ਜੋ ਉਹਦਾ ਨਾਮ ਆ ਉਹੀ ਉੱਧਰ ਤੁਸੀਂ ਐਕਸਪਲੇਨ ਕਰ ਦੇਣਾ ਵਾ।
ठीक है बेटा। सो बहुत सौखा क्वेश्चन है, तो याद कर ले। ठीक है बेटा। हाँ जी बेटा, अगला क्वेश्चन आ जाता वा ई कमर्स के बिजनेस मॉडल्स किहड़े ने, वो सी किस्मां। सो याद रखना, अगर किस्मां आ जान ई कमर्स दियां तो की लिखनी है B2B B2C ओ वाले, ठीक है, किस्मां आ जान या मॉडल आ जान। पर अगर पेपर च आ जाए बिजनेस मॉडल या सेवावां आ जान, फिर आ वाला क्वेश्चन लिखना जो हुण करन लगे आपां। ठीक है, हुण सेवावां च पहला कि इस 4 ही पॉइंट ने। पहला पॉइंट क्या आंदा, विक्रेता नियंत्रित बाजार। विक्रेता नियंत्रित बाजार बेटा वो बाजार हुंदा वा जिस विच सारा जिहड़ा कामकार आ वो किहदे हत्थ विच हुंदा, विक्रेता मीनस वपारी दे हत्थ विच हुंदा वा। इस दे केस विच की हुंदा वा, वपारी सिर्फ एक हुंदा वा और गाहक जिहड़े ने उन्हां दी गिनती की हुंदी बहुत ज़्यादा हुंदी है। सो उस प्रकार के बाजार नूं किहड़ा कहंदे आ, विक्रेता नियंत्रित बाजार। जिद्दां मैं एग्जाम्पल भी लिखी है तुहाडा बिजली बोर्ड। हुण बिजली बोर्ड पंजाब च इक्को ही है, ठीक है, पर बिजली आपां सारे वरत रहे हैं। इहदा मतलब बनिया कि बिजली बोर्ड की बन गया विक्रेता, कि बिजली नूं बेचण वाला की है सिर्फ एक आ, पर बिजली खरीदण वाले असीं की हैं बहुत सारे हैं। सो इस तरह के बाजार नूं किहड़ा कहंदे आ, विक्रेता नियंत्रित बाजार। ठीक है, हुण पढ़ के भी देख लो लिखिआ आपां, इस अधीन विक्रेता इकल्ला ही कई खरीदार नाल लैन देन करता है। कि विक्रेता की हुंदा, इकल्ला हुंदा और वो कई गाहकां नाल की करदा वा, लैन देन करदा वा। विक्रेता का मूल उद्देश्य बाजार विच अपनी साख अते होंद नूं कायम रखना हुंदा है। इस विच विक्रेता कॉरपोरेट वैबसाइट स्थापित करके गाहकां नूं उसदा हिस्सा बनने की सहूलत प्रदान करता है। मीनस की करता, अपनी एक वैबसाइट बना लेंगे जिहदा आपां अकाउंट वगैरह क्रिएट कर लैंदे हैं, ठीक है। सो उहदे विच आपां जिहड़ा विक्रेता हुंदा कल्ला हुंदा वा, पर असीं बहुत सारे गाहक जिहड़े आ वो च उहदे हिस्सेदार की है बन सकदे हैं। ठीक, सो बस इस मेन गल इक्को याद रखनी है कि विक्रेता नियंत्रित बाजार किहड़ा हुंदा, कि उस बाजार नूं, उस ई कमर्स की प्रणाली नूं कहा जांदा वा जिस विच विक्रेता इक्को ही होवे पर गाहक जिहड़े खरीददार जिहड़े आ उहनां दी गिनती की होवे ज़्यादा होवे। जिहदा आपां एग्जाम्पल लै सकदे हां बिजली बोर्ड दी। दूजा पॉइंट क्या आंदा, खरीददार नियंत्रित बाजार। खरीददार नियंत्रित बाजार किहड़ा हुंदा, ये ई कमर्स की उस प्रणाली नूं, उस बाजार नूं कहा जांदा वा जिस विच खरीददार जिहड़ा वा वो दूजे खरीददार नाल की करदा, लैन देन करदा वा। एच वपारी एक दूजे नाल लैन देन नहीं करदे, एच एक खरीददार जिहड़ा वा वो दूजे खरीददार नाल की करदा वा, लैन देन करदा, समान वेचदा या खरीददा वा। जिहड़ा पहला भी आपां गल कीती है, इहदी मेन एग्जाम्पल की आ सकदी है OLX। कि OLX से आपां की करदे, अपना पुराना समान वगैरह पाने ते ओहनूं आपां की करदे, वेचण वाला भी खरीददार हुंदा वा और खरीदण वाला भी खरीददार ही हुंदा वा। ठीक बेटा। तीसरा आंदा निरपक्ष बाजार। निरपक्ष बाजार किहड़ा हुंदा, ये ओह वाला बाजार हुंदा जिहड़ा कि विचोलियां द्वारा स्थापित किया जाता वा। विचोलिए कौन हुंदे ने, जिन्हों आपां मिडल मैन कहने इंग्लिश च, विचोलिए। कि फैक्ट्री तो समान खरीदिया और अगे गाहक नूं बेचिया, सो उहनूं आपां कहने विचोलिए। सो ये वाला जिहड़ा बाजार आ किहदे द्वारा स्थापित किया जाता, विचोलियां द्वारा। ये विचोली की करदे आ, खरीददार और विक्रेता दोनों में तालमेल पैदा करते हैं, दोनों एक दूजे नाल मिलाते हैं, उन्होंने आपां किहड़ा कहने आ, विचोलिए। ठीक, और इस काम के बदले वो की लेंदे, खरीददार जिहड़ा विक्रेता वा उहदे बदले इसको की लेंदे आ, कमीशन लेंदे आ। ठीक, सो उस बाजार नूं आपां किहड़ा कहने आ, निरपक्ष बाजार। सो बस 3 पॉइंट याद रखो। पहला किहड़ा पॉइंट हो गया विक्रेता। विक्रेता बाजार किहड़ा हो गया, जिस वपारी दी चलदी होवे, कि वपारी एक होवे पर गाहक की होण ज़्यादा होण। दूजा किहड़ा हो गया खरीददार। खरीददार किहड़ा हो गया, जो एक खरीददार दूजे खरीददार नाल तालमेल करदा वा, भी वो वपारी नहीं हुंदा हैगा, वो किहड़ा हो गया खरीददार नियंत्रित बाजार। निरपक्ष किहदा हो गया, विचोलिया का। कि जो एक विचोलिया दूजे विचोलिए नाल कोई लैन देन करदा वा, कि गाहकां नूं आपस विच मिलांदे आ, तो उहनूं किहड़ा कहंदे आ, विचोलिया बाजार। और आखिर किहड़ा आंदा, प्रतिनिधिता सेवावां। प्रतिनिधिता सेवावां का मतलब होंदा कि कोई भी जो आपां सर्विस जिहड़ी आ वो ऑनलाइन एक वैबसाइट तो लैंदे आ, उहनूं आपां किहड़ा कहंदे आ, अपना प्रतिनिधिता बाजार। जिद्दां उन्होंने लिखा ही है कि प्रतिनिधिता सर्वर यूजर और इंटरनेट सेवावां के विचकार विचोलीए का काम करते हैं। जिद्दां आपां कोई भी कंपनी तो कोई समान मंगवाना वा, ठीक है, जिद्दां सपोज आपां लैने आ, आपां बूट लैने आ, सपोज आपां बाटा कंपनी के बूट लैने आ। हुण बाटा कंपनी के आपां बूट लैने आ, पर लैने आपां कित्थों पए आ, एमाजोन तो। हुण एमाजोन वाले बाटा कंपनी के बूट नहीं बनाते। हुण बाटा कंपनी के बूट कौन बनाती है, बाटा कंपनी बनाती है। ਇਹਦਾ मतलब ਬਣਿਆ ਜਿਹੜੇ ਐਮਾਜ਼ੋਨ ਆ ਉਹ ਜਸਟ ਇੱਕ ਕੀ ਕੰਮ ਕਰਦਾ, ਵਿਚੋਲੀਏ ਦਾ ਕੰਮ ਕਰਦਾ ਵਾ। ਤੁਸੀਂ ਐਮਾਜ਼ੋਨ ਤੇ ਆਰਡਰ ਪਲੇਸ ਕੀਤਾ, ਐਮਾਜ਼ੋਨ ਨੇ ਉਹ ਆਰਡਰ ਜਿਹੜਾ ਵਾ ਅੱਗੇ ਚੱਕ ਕੇ ਕਿਹਨੂੰ ਦੇ ਦੇਣਾ, ਬਾਟਾ ਕੰਪਨੀ ਨੂੰ, ਔਰ ਬਾਟਾ ਕੰਪਨੀ ਕੋ ਬੂਟ ਲੈ ਕੇ ਅੱਗੇ ਤੁਹਾਨੂੰ ਕੀ ਪਹੁੰਚਾ ਦੇਣੀ ਆ। ਸੋ ਉਸ ਤਰ੍ਹਾਂ ਦੀਆਂ ਜਿਹੜੀ ਸੇਵਾਵਾਂ ਹੁੰਦੀਆਂ ਉਹ ਕਿਹੜੀ ਕਹਿੰਦੇ ਆ, ਪ੍ਰਤੀਨਿਧਤਾ ਸੇਵਾਵਾਂ। ਸੋ ਬੇਟਾ ਸਿਰਫ 4 ਹੀ ਪੁਆਇੰਟ ਨੇ। ਕਿਹੜਾ, ਵਿਕਰੇਤਾ ਦਾ ਬਾਜ਼ਾਰ, ਦੂਜਾ ਖਰੀਦਦਾਰ ਵਾਲਾ, ਤੀਜਾ ਨਿਰਪੱਖ ਵਾਲਾ, ਨਿਰਪੱਖ ਮੀਨਸ ਵਿਚੋਲੀਆ वाला, और चौथा प्रतिनिधिता वाला। ठीक है, सो बस हम भुलेखा नहीं बेटा पेपर च खाना हैगा। सो याद रखना कि अगर तो पेपर च आंदा तो बिजनेस मॉडल्स या बिजनेस दी सेवावां तो आ वाले पॉइंट लिखने हैं 4 पॉइंट। पर अगर आंदा ई कमर्स दी किस्मां या ई कमर्स दी मॉडल तो फिर लिखने हैं B2B B2C वाले लिखने। ठीक बेटा, से 2 क्वेश्चन अलग अलग ने बेटा। अज के दिन बेटा तुम ये 2 क्वेश्चन याद कर लो, बाकी 3 क्वेश्चन थोड़े रह गए वो आप अगली वीडियो करांगे।
क्लियर बेटा, थैंक यू।